ਦੇ ਉੱਤੇ ਤੁਹਾਨੂੰ ਮੈਂ ਮੀਆਂ ਸਾਹਿਬ ਇੱਕ ਹੋਰ ਸਟ੍ਰੈਟਜੀ ਦੱਸਣਾ ਵਾ ਬਿਜ਼ਨਸ ਦੀ। ਹੁਣ ਦੇਖੋ ਸਾਡੇ ਕੋਲ ਸਟਾਕ ਪਿਆ ਦਾਵੇ ਸਾਰਾ ਤੇ ਇਹ ਦਿਨ ਸਾਡਾ ਸੇਲ ਹੋ ਗਿਆ ਵੇ। ਹੁਣ ਅਗਰ ਅਸੀਂ ਕਾਰੋਬਾਰ ਨੂੰ ਕੰਟੀਨਿਊ ਕਰਨਾ ਹੋਵੇ, ਅਗਰ ਕਾਰੋਬਾਰ ਚਲਾਉਣਾ ਹੋਵੇ ਤੇ ਮੀਆਂ ਸਾਹਿਬ ਕੋਈ ਵੀ ਸਟਾਕ ਜ਼ੀਰੋ ਨਹੀਂ ਹੁੰਦਾ। ਤੁਸੀਂ ਰੇੜੀ ਦੀ ਮਿਸਾਲ ਲੈ ਲਓ, ਜਿਹੜੀ ਛਾਬੜੀ ਫਰੋਸ਼ ਨੇ ਉਹ ਮੰਡੀ 'ਚ ਜਾ ਕੇ ਫਰੂਟਸ ਲੈਂਦੇ ਨੇ, ਵੈਜੀਟੇਬਲਸ ਲੈਂਦੇ ਨੇ, ਉਹ ਹੁਣ ਰਾਤੀ ਕਹਿਣ ਕਿ ਅਸੀਂ ਜ਼ੀਰੋ ਕਰਕੇ ਜਾਣਾ ਵੇ ਘਰ। ਮੀਆਂ ਸਾਹਿਬ ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਉਹ ਸਟਾਕ ਬਚ ਜਾਂਦਾ ਵੇ, ਲੇਕਿਨ ਉਹ ਕੀ ਕਰਦੇ ਨੇ ਨੈਕਸਟ ਡੇ ਫਿਰ ਮੰਡੀ 'ਚ ਜਾਂਦੇ ਨੇ, ਉਹਨੂੰ ਟਾਪ ਅਪ ਕਰਦੇ ਨੇ, ਜਿਹੜਾ ਪੁਰਾਣਾ ਹੁੰਦਾ ਵੇ ਉਹਨੂੰ ਉੱਤੇ ਰੱਖ ਕੇ ਉਹ ਸੇਲ ਕਰ ਛੱਡਦੇ ਨੇ। ਭਾਵੇਂ ਮੀਆਂ ਸਾਹਿਬ ਬਿਜ਼ਨਸ ਛੋਟਾ ਵੇ ਤੇ ਭਾਵੇਂ ਵੱਡਾ ਵੇ, ਇਹਦੀ ਸਟ੍ਰੈਟਜੀ ਇਹੀ ਹੈ ਕਿ ਇਹਨੇ ਜ਼ੀਰੋ ਨਹੀਂ ਹੋਣਾ। ਜਦੋਂ ਅਗਰ ਤੁਸੀਂ ਇਹਨੂੰ ਜ਼ੀਰੋ ਕਰੋਗੇ ਨਾ ਸਟਾਕ ਆਪਣੇ ਨੂੰ ਕਿ ਯਾਰ ਇਹਨੂੰ ਮੈਂ ਜ਼ੀਰੋ ਕਰਨਾ ਹੈ ਤੇ ਫਿਰ ਨਵਾਂ ਮੈਂ ਕੰਟੇਨਰ ਲਿਆਣਾ ਹੈ ਜਾਂ ਨਵਾਂ ਮੈਂ ਫਿਰ ਕਾਰੋਬਾਰ ਕਰਨਾ ਹੈ, ਮੀਆਂ ਸਾਹਿਬ ਕਾਰੋਬਾਰ ਚੱਲ ਨਹੀਂ ਸਕਦਾ, ਉਹ ਨੁਕਸਾਨ 'ਚ ਜਾਂਦਾ ਹੈ। ਰੀਜ਼ਨ ਉਹਦੀ ਕੀ ਹੈ ਕਿ ਜਿਹੜਾ ਪਿੱਛੇ ਤੁਹਾਡੇ ਕੋਲ ਸਟਾਕ ਰਹਿ ਜਾਂਦਾ ਹੋਵੇ ਉਹ ਫਿਰ ਨਹੀਂ ਵਿਕਦਾ। ਕਿਉਂਕਿ ਕੋਈ ਵੀ ਦੁਕਾਨ ਹੈ ਉਹਦੇ ਕੋਲ ਸਾਰੀ ਆਈਟਮਸ ਉਹਨੇ ਰੱਖੀਆਂ ਹੋਣਗੀਆਂ ਤੇ ਕੁਝ ਕਿਸੇ ਦਿਨ ਕੋਈ ਵਿਕਦੀ ਪਈ ਹੈ, ਕਿਸੇ ਦਿਨ ਕੋਈ ਵਿਕਦੀ ਪਈ ਹੈ, ਉਹ ਉਹਦੇ ਕੋਲ ਰਹਿ ਥੋੜੀਆਂ ਗਈਆਂ ਨੇ, ਫਿਰ ਕਸਟਮਰ ਵੀ ਨਹੀਂ ਆਉਂਦਾ, ਕਸਟਮਰ ਦਾ ਫਲੋ ਵੀ ਨਹੀਂ ਬਣਦਾ। ਗੱਲ ਕਰਨ ਦਾ ਮਕਸਦ ਇਹ ਵੇ ਕਿ ਕਾਰੋਬਾਰ ਅਗਰ ਕਰਨਾ ਹੋਏ ਤੇ ਮੀਆਂ ਸਾਹਿਬ ਸਟਾਕ ਨੂੰ ਜ਼ੀਰੋ ਨਹੀਂ ਕਰਨਾ, ਸਟਾਕ ਨੂੰ ਕੈਰੀ ਕਰਨਾ ਹੋਵੇ, ਉਹਨੂੰ ਨਵਾਂ ਪੁਰਾਣਾ ਕਰੀਦਾ ਹੈ। ਨਵਾਂ ਪੁਰਾਣਾ ਸਮਝ ਜਾਓਗੇ ਤੁਸੀਂ ਕਿ ਨਵਾਂ ਪੁਰਾਣਾ ਕਿ ਇਹ ਜਿਹੜਾ ਪਿਆ ਦਾ ਇਹ ਪੁਰਾਣਾ ਵੇ, ਨਵਾਂ ਲੈ ਆਂਦਾ ਵੇ, ਨਵਾਂ ਪੁਰਾਣਾ ਹੁੰਦਾ ਰਹਿੰਦਾ ਵੇ, ਵਿਕਦਾ ਰਹਿੰਦਾ ਵੇ, ਕਸਟਮਰ ਨੂੰ ਪਤਾ ਚੱਲਦਾ ਰਹਿੰਦਾ ਵੇ, ਇੱਕ ਫਲੋ ਬਣ ਜਾਂਦਾ। ਲੇਕਿਨ ਜਦੋਂ ਤੁਹਾਡੇ ਜ਼ਿਹਨ 'ਚ ਇਹ ਗੱਲ ਆ ਗਈ ਕਿ ਯਾਰ ਮੈਂ ਜ਼ੀਰੋ ਕਰਕੇ ਤੇ ਫਿਰ ਨਵਾਂ ਸਟਾਕ ਲੈਣਾ, ਮੀਆਂ ਸਾਹਿਬ ਫਿਰ ਬਿਜ਼ਨਸ ਉਸ ਦਿਨ ਹੀ ਜ਼ੀਰੋ ਹੋ ਜਾਂਦਾ ਵੇ, ਉਸ ਦਿਨ ਹੀ ਖਤਮ ਹੋ ਜਾਂਦਾ।